ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਡਿਠੇ ਮੁਕਤ ਨਾ ਹੋਈ ਜਿਚਰ ਸ਼ਬਦ ਨ ਕਰੇ ਵਿਚਾਰ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ। ਰਤਨ ਕੋਠੜੀ ਖੁੱਲੀ ਅਨੂਪਾ। ਸ਼ਬਦ ਗੁਰ ਪੀਰਾ ਗੈਰ ਗੰਭੀਰਾ। ਬਿਨ ਸ਼ਬਦੈ ਜਗ ਬਹੁ ਰਾਨੰਗ। ਪੂਰਾ ਬੈਰਾਗੀ ਸਹਿਜ ਸੁਭਾਗੀ। ਸਚ ਨਾਨਕ ਮਨ ਮਾਨੰ। ਜੇਤਾ ਜਿਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਹੈਂ ਤੇਹਾ ਹੋ ਕਰੀ ਵਖਿਆਨ। ਆਸਾ ਘਰ ਅਠਵਾਂ ਕਾਫੀ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਬੰਦਾ ਬੈਖਰੀ ਦਾ ਸਚ ਸਾਹਿਬ ਮੇਰਾ। ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ। ਮਾਨ ਲੈ ਮਾਨੇ ਤੂੰ ਤਨੀ ਤੇਰਾ ਪਰਵਾਸਾ। ਬਿਨ ਸਾਚੇ ਅਨਟੇਕ ਹੈ ਸੋ ਜਾਨੋ ਕਾਚਾ। ਮਾਨ ਲੈ ਮਾਨੇ ਤੂੰ ਤਨੀ ਤੇਰਾ ਪਰਵਾਸਾ। ਬਿਨ ਸਾਚੇ ਅਨਟੇਕ ਹੈ ਸੋ ਜਾਨੋ ਕਾਚਾ। ਰਹੋ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ। ਜਿਸ ਗੁਰ ਪੂਰਾ ਪੇਟਸੀ ਸੋ ਚਲੈ ਰਜ਼ਾਇ। ਚਤੁਰਾਈ ਸਿਆਣਪਾ ਕਿਤੈ ਕਾਮ ਲਾਈਐ। ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਜੇ ਲਖ ਕਰਮ ਕਮਾਈਐ ਜੇ ਲਖ ਕਰਮ ਕਮਾਈਐ ਕਿਛ ਪਵੈ ਨ ਬੰਦਾ। ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਓ ਧੰਦਾ। ਜੇ ਲਖ ਕਰਮ ਕਮਾਈਐ ਕਿਛ ਪਵੈ ਨ ਬੰਦਾ। ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਓ ਧੰਦਾ। ਸ਼ਬਦ ਗੁਰੂ ਜ਼ਾਇਰਾ ਜ਼ਹੂਰ ਹਾਜ਼ਰਾ ਹਜ਼ੂਰ। ਭਗਤ ਵਛਲ ਕਿਰਪਾ ਨਿਧਾਨ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਕਬੂਲਦੇ ਹੋਏ ਘਰਾਂ 'ਚ ਬੈਠ ਕੇ ਗੁਰਬਾਣੀ ਦਾ ਲਾਹਾ ਲੈ ਰਹੇ ਅੱਜ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਆਓ
ਕੁਝ ਕੁ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਖਾਲਸਾ ਬੇਕੀਨੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਨਾਲ ਸਾਂਝ ਕਰੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਮੁਬਾਰਕ ਬੋਲ ਆਸਾ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਜੀ ਨੇ ਸਰਵਨ ਕੀਤੇ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 8ਵੇਂ ਘਰ 'ਚ ਗਾਇਨ ਦੀ ਹਦਾਇਤ ਕੀਤੀ ਹੈ। ਕਾਫੀ ਵਾਲਾ ਰੂਪ ਹੈ ਤੋ ਸੰਖੇਪ ਮੂਲ ਮੰਤਰ ਦੁਆਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਦਾ ਆਗਾਜ਼ ਕੀਤਾ ਹੈ। ਆਓ ਸਭ ਤੋਂ ਪਹਿਲਾਂ ਸੰਖੇਪ ਮੂਲ ਮੰਤਰ ਦੀ ਵਿਆਖਿਆ ਕਰ ਲਈਏ। ਇੱਕ ਓੰਕਾਰ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਦੀਵੀ ਹੋਂਦ ਵਾਲਾ ਹੈ, ਉਸ ਦੀ ਬਰਾਬਰੀ ਕਰਨ ਵਾਲਾ ਹੋਰ ਸੰਸਾਰ ਦੇ ਅੰਦਰ ਕੋਈ ਨਹੀਂ। ਤਿਸ ਹੈ ਸ਼ਰੀਕ ਕੋ ਨਹੀਂ ਜਿਸ ਨੂੰ ਲਵੈ ਲਾਇ ਸੁਨਾਇਆ। ਐਸੇ ਹੀ ਗੁਣਾਂ ਦਾ ਮੁਜੱਸਮਾ ਸਰਬ ਗੁਣ ਸੰਪੰਨ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਗੁਰ ਪ੍ਰਸਾਦ ਕਾਮਲ ਮੁਰਸ਼ਦ ਕਾਮਲ ਗੁਰੂ ਕਾਮਲ ਮੁਰਸ਼ਦ ਦੀ ਬਖਸ਼ਿਸ਼ ਦੁਆਰਾ ਇਹ ਫਿਰ ਐਸੇ ਗੁਣਾਂ ਦਾ ਮੁਜੱਸਮਾ ਪ੍ਰਭੂ ਪਰਮਾਤਮਾ ਨਾਲ ਸਾਡਾ ਰਿਸ਼ਤਾ ਜੁੜਦਾ ਹੈ, ਸੰਬੰਧ ਜੁੜਦਾ ਹੈ। ਇਹ ਜੀਵਨ ਦਾ ਪ੍ਰਯੋਜਨ ਹੈ। ਇਸੇ ਕਰਕੇ ਮਨੁੱਖ ਨੇ ਸੰਸਾਰ 'ਚ ਜਨਮ ਲਿਆ ਆਇਓ ਸੁਨਨ ਪੜਨ ਕੋ ਬਾਣੀ, ਕਿ ਪ੍ਰਭੂ ਪਰਮਾਤਮਾ ਦੀ ਕੀਰਤੀ ਕਰੀਏ, ਸਿਫਤ ਸਲਾਹ ਕਰੀਏ, ਇਬਾਦਤ ਕਰੀਏ, ਤਾਂ ਕਿ ਸਾਡਾ ਜੋ ਭਰੋਸਾ ਹੈ ਉਹ ਪ੍ਰਭੂ ਪਰਮਾਤਮਾ ਦੇ ਪਰਪੱਕ ਵੱਜ ਜਾਏ। ਬਿਨਾਂ ਭਰੋਸੇ ਜੀਵਨ ਜੀਵਿਆ ਨਹੀਂ ਜਾ ਸਕਦਾ। ਬਿਨਾਂ ਭਰੋਸੇ ਮਨੁੱਖ ਰੱਬੀ ਰਹਿਮਤ ਦੀ ਵਰਖਾ ਤੋਂ ਮਹਿਰੂਮ ਸਾਰੀ ਜ਼ਿੰਦਗੀ ਰਹਿੰਦਾ ਹੈ। ਤੋ ਆਓ ਜੋ ਗੁਰੂ ਨੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੁੱਖ ਵਿਚਾਰ ਕੇਂਦਰੀ ਨੁਕਤੇ ਵਜੋਂ ਰਹਾਉ ਦੇ ਬੋਲਾਂ ਦੁਆਰਾ ਬਖਸ਼ਿਸ਼ ਕੀਤੀ ਹੈ, ਉਸ ਤੋਂ ਸ਼ਬਦ ਦਾ ਆਗਾਜ਼ ਕਰਦੇ ਹਾਂ। ਰਹਾਉ ਦੇ ਬੋਲ ਨੇ। ਮਾਨ ਨੇ ਮਾਨੇ ਤੂੰ ਤਨੀ ਤੇਰਾ ਪਰਵਾਸਾ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਭੂ ਜੀ, ਹੇ ਮੇਰੇ ਮਾਲਕ, ਮੈਂ ਨਿਮਾਨਾ ਤੇ ਇਸ ਨਿਮਾਨੇ ਨੂੰ ਜੇ ਮਾਨ ਹੈ ਤੇ ਕੇਵਲ ਆਪ ਜੀ ਦਾ ਮਾਨ ਹੈ। ਮੈਨੂੰ ਪ੍ਰਵਾਸਾ ਹੈ ਤੇ ਕੇਵਲ ਆਪ ਜੀ ਦਾ ਪ੍ਰਵਾਸਾ ਹੈ। ਆਪ ਜੀ ਤੋਂ ਬਿਨਾਂ ਇਹ ਜੀਵਨ ਦਾ ਮਾਰਗ ਸਵਰ ਨਹੀਂ ਸਕਦਾ। ਕਿਉਂ? ਕਿਉਂਕਿ ਸਾਹਿਬ ਨੇ ਤਾਨਿਆ ਕਾ ਤਾਨ ਆਏ ਨਾ ਜਾਹੇ ਥਿਰ ਸਦਾ, ਗੁਰੂ ਸ਼ਬਦੀ ਸੱਚ ਜਾਨ। ਉਹ ਪ੍ਰਭੂ ਪਰਮਾਤਮਾ ਨਿਤਾਨਿਆਂ ਨੂੰ ਤਾਨ ਬਖਸ਼ਣ ਵਾਲਾ ਹੈ। ਉਸ ਦਾ ਇਹ ਇੱਕ ਮੁੱਢ ਕਦੀਮੀ ਸੁਭਾਅ ਹੈ ਕਿ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਇਸੇ ਕਰਕੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਬਈ ਅਸੀਂ ਭਰੋਸਾ ਉਸ ਪ੍ਰਭੂ ਪਰਮਾਤਮਾ ਦਾ ਮਾਨ ਜਿਹੜਾ ਹੈ, ਇਸ ਨਿਮਾਨੇ ਨੂੰ ਕੇਵਲ ਉਸ ਪ੍ਰਭੂ ਪਰਮਾਤਮਾ ਦਾ ਹੀ ਮਾਨ ਹੈ। ਇਸੇ ਲਈ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਬਈ ਹੇ ਪਿਆਰੇ ਪ੍ਰਭੂ, ਹੇ ਮੇਰੇ ਪ੍ਰੀਤਮ ਪਿਆਰੇ, ਤੇਰੇ ਭਰੋਸੇ ਸਦਕਾ ਹੀ ਮੈਂ ਲਾਡਾਂ ਵਿੱਚ ਜੀਵਨ ਦੇ ਕੀਮਤੀ ਜ਼ਿੰਦਗੀ ਦੇ ਦਿਨ ਗੁਜ਼ਾਰੇ ਨੇ। ਇਹ ਵੱਖਰੀ ਗੱਲ ਹੈ ਕਿ ਅਸੀਂ ਭੁੱਲੇ ਹੋਇਆ ਸਾਡਾ ਉਹ ਪੱਧਰ ਨਹੀਂ ਜਿਸ ਪੱਧਰ ਤੇ ਪਹੁੰਚ ਕੇ ਪ੍ਰਭੂ ਪਰਮਾਤਮਾ ਦੀ ਦਸੀ ਜੀਵਨ ਜਾਚ ਨੂੰ ਅਪਣਾ ਸਕੀਏ। ਬੜੇ ਸੁੰਦਰ ਬੋਲ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਉਲੇ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ। हे ਵਾਹਿਗੁਰੂ ਜੀ, ਅਸੀਂ ਸੰਸਰਗ ਜੀਵ ਭੁੱਲਣ ਹਾਰਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲਣ ਵਿੱਚ
कि आ सब कोई करता अपना भुल है। जे कोई भुलदा नहीं वो प्रभु परमात्मा है। पर हे मेरे मालक, सानू आसरा आप जी दा है। सानू इस निमाने नू जे माण है ते उस प्रभु परमात्मा दा माण है, ते उसे दे लाडां प्यारां च जिंदगी बतीत हो रही है। पर असी भुल्लण आ रहा, खिन खिन भुल्लण आना लेखा है, कतै ना छुटी है। खिन खिन भुल्लण हार बख्शण हार बख्श ले, नानक पार उतार। हे बख्शनहार पिता, जे तुसी चाहो ते असी बच सकते हैं। जे साडा लेखा जोखा होए फिर पार नहीं होया जा सकता। भुले चुके बारक तू हर पिता माया, सुहेला कैन कहावण तेरा बिखम भावण। कहना बड़ा सुख है, कहना बहुत सुख है, पर भाना मनना जड़ा है प्रभु परमात्मा का बहुत कठिन है। इसलिए गुरु पातशाह कहते हैं महा बिखम संसार बिरले पेख्या। पर जिसनों प्रभु परमात्मा ते अकीदा अटल बज जाए, भरोसा बज जाए, वो फिर सारी जिंदगी रब्बी रहमत की प्राप्ति लई ये मालिक दे दर ते अरदास करता रहता है कि वाहिगुरु जी, जिसनो तो रखवाला मारे तिस कौन, जिसनो तू रखवाला जिता तिने पैर। वाहिगुरु जी, जिस दे तुसी राखे हो उन्होंने कौन मार सकता है, क्योंकि जिसका साहिब डाढ़ा होए तिसनों मार न सकै कोई। जाका मीत साजन है समिया तिस जन को ओ का की कमी है। जिदा मित्र प्रभु परमात्मा है तो फिर उसका लेखा नहीं पूछा जाता। जिसनो तेरी नजर, जिसनो तेरी नदर ना लेखा पुछी है, जिसनो तेरी खुशी दिल लाउन पुछी है, जिसनो तू प्रभ वाल तिस क्या मोचंदगी, जिसनो तेरी मेहर सो तेरी, जिसनो तेरी मेहर सो तेरी बंदगी। कि मेरे मालिक, जिसते तुसी त्रुट जाओ वो केवल फिर प्रभु परमात्मा की दरगाह विच मकबूलियत हासिल करता है नहीं। तो फिर असी निमाने आ, निमानिया का मान, नितानिया का तान, ने उटिया का ऊट, ने आसरिया का आसरा, इको एक वाहिद हस्ती वो मेरा प्रभु परमात्मा है। तो गुरु पातशाह बख्शिश करते हैं, बिन साचे अल टेक है सो जानो कच्चा। गुरु पातशाह कहते मैं ये पाई, जे किसी नू एक परमात्मा तो बिना और किसी की झाक है फिर मानो वो कमजोर जीवन वाला है, वो आत्मक तौर पर मरिया है। क्योंकि जे आत्मक जीवन सुरक्षित रखना है तो फिर सो जीविया जिस मन वसिया सोए, नानक अवर ना जीवे कोई। बिन साचे अल टेक है सो जानो कच्चा। गुरु पातशाह कहते फिर उन्होंने कच्चा समझना है, वो कमजोर जीवन वाला है जिसनों झाक किसी होर दी है। इसलिए गुरुबानी सानू समझा रही भी मानक की टेक बिड़थी सब जान, देवन को एक है भगवान, जिसके दिए रह अगाए बोर ना तृष्णा लागे आए। पर मनुख की अवस्था, मनुख का दुखांत, मनुख की त्रासदी है। बड़ी सुंदर बख्शिश करके पातशाह समझा दे, हर रस छोड़ ओछै रस माता, घर में वास्ता बाहर उठ जाता, सुनी ना जाए सच अमृत काता, रार करत झूठी लग गाता। तो फिर ऐसा मनुख जड़ा है झूठियां कहानियां, झूठे किस्से ते झूठे थां ते प्रभु परमात्मा नू प्राप्त करने का दावा करता है, वो प्रवान नहीं है। क्यों कि उसने अज तक ये नहीं समझिया कि भी कवन कौज
सिरजे जग पीतर जन्म कमल फल पाया। बई साडा ये जन्म किस लिए असी लिया, सानू करना की है, किस करके संसार च आया। फिर इस गल की ना समझ होने करके अपराधों की दुनिया में मनुख पैर रखता है। गोबिंद हम ऐसे अपराधी जिन प्रभ जियो पिंड था दिया, तिनकी भाओ भगत नहीं साधी। जिस प्रभु परमात्मा ने ये जिंद दी है, ये शरीर दिता है, उस प्रेमा भगती असी गणोंद नहीं होए। ते असी कीता की है सारी जिंदगी, वजो साहिब के सेव मेराने ऐसे गुण अच्छा दियो प्राणी। बई खाना किसे दा ते फिर गुण किसे दे गाने। ये जड़ा नाशुकरापन है, ये जिंदगी साड़ी नू समा नहीं रखता, ये इम्बैलेंस जीवन के अंदर बना देंदा है। ते जिस करके सारी जिंदगी फिर इसका भार इस धरती नू बनया रहिंदा है। क्योंकि जे भार किसे नू है धरती नू, वो इन्हां अकिरत कणां दा है। ते भारे पौए अकिरत कन मंदी हूं मंदे। गुरु पातशाह भाई साहब भाई गुरदास जी बख्शिश करते हैं। तो गुरु साहब समझा रहे ने भी जे किसी की टेक, किसी का भरोसा, किसी का आसरा दुनियावी तल ते है, सियानप ते बुद्धि ते मान है, वो फिर असल जीवन वाला नहीं है, वो मानो कमजोर जीवन वाला है, वो प्रवान नहीं है। तो गुरु पातशाह बख्शिश करके समझाते हैं रहो दे बोलों द्वारा कि जे निमानिया का मान वो प्रभु परमात्मा बन जाए फिर जिंदगी सवरदी है। नहीं तो सारी जिंदगी मनुख जड़ा दुखी हिरदे नाल ये सारा जीवन आवागौन के चक्र में नियुक्त कर लेंदा है। आओ बाकी जो शब्द ये बोल ने सीमित समय उन्होंने भी समझण का यतन करिए। अंबक बोलने मैं बंदा बैखरी सच साहिब मेरा, सच साहिब मेरा। गुरु पातशाह गुरु अर्जन देव जी महाराज बख्शिश करते हैं कि हे मेरे मालिक प्रभु, तुसी सदीवी कायम रहने वाले हो। कायम रहने वाली पातशाह जिहड़ी है वो केवल प्रभु परमात्मा अकाल पुरख वाहिगुरू दी है। क्योंकि राजान राज पानान पान देवान देव उपमा महान, वो बहुत वड्डा प्रभु परमात्मा है, वड्डी ताकत का मालिक है। तू समर्थ वड्डा मेरी मत थोड़ी नाम, साड़ी अल्प बुद्धि है। प्रभु परमात्मा बेअंत गुणा का मुजस्समा है, वही कायम रहने वाला है। मैं बंदा बेखरीदा सच साहिब मेरा। गुरु पातशाह कहते मैं उसका खरीदिया होया गुलाम हाँ। तो फिर ये मेरी जिंद मेरा शरीर ये सब कुछ मालिक प्रभु का दिता होया। जियो पिंड सब तिसदा सब किछ है तेरा। गुरु पातशाह बख्शिश करते हैं मुल खरीदी लाला गोला मेरा नाव सुभागा। गुरु की बचनी हौट बेकानी चित लाया तित लागा। तेरे लाले क्या चतुराई साहिब का हुक्म ना करना जाए। कि हे प्रभु जदों तो गुरु ने मैनू तेरे प्रेम की हट्टी ते प्रेम के वट्टे विच मेरा आपा भाव खरीद लिया, फिर मैं गुलाम बन गया, मैं गुरु का दास हो गया। तो जिहड़ा दास है जिहड़ा गुलाम है उसकी कोई मर्जी नहीं। तो फिर दुनिया भी मैनू भागा वाला आखन लग पई। क्यों? क्योंकि मैं जिसका गुलाम हाँ वो सदीवी कायम रहने वाला है। वो भागा वाला मनुख है जिहड़ा सदीवी कायम रहने वाले प्रभु परमात्मा का गुलाम है। तो गुरु पातशाह बख्शिश करते हैं बई गुरु के दर तू जो मिलिया उपदेश है उस दे इवज विच मैं आपा भाव दे दिता। तो फिर हुण जिस काम नूं गुरु मैनू लाउंदा है वही काम मैं करदा। अपनी सियानप नहीं चलती, अपनी बुद्धि के तल ते मैं जीवन नहीं जिउंदा। केवल रब्बी रहमत का धारणी होने लई सदा पूरे तौर ते उसे ही मालिक प्रभु का हुक्म मनदा। पर हे मेरे मालिक तेरे लाल क्या चतुरा
साहिब का हुक्म ना करना जाए। वाहिगुरु जी, अकल तो मेरी ये चाहिए सी कि इस अकल के बलबूते मैं सेवा वधिक करदा ते मंगदा थोड़ा, पर मैं मंगदा बहुत ज़्यादा ते जड़ा सेवा है ये बहुत घट है। तो गुरु पातशाह बख्शिश करके समझा रहे हैं कि हे मेरे मालक, सारा कुछ आप जी का दिता होया है। जियो पिंड सब तिसदा, सब किच है तेरा, सब कुछ आप जी का बख्शिया है। ताते फिर इस निमाने नू मान बख्शिश करो, इस नताने नू तान बख्शिश करो, ताकि जीवन जीवंदियां मैं रब्बी मार्ग तो विछड़ा ना, प्रभु परमात्मा नालों मेरी विथ ना बने। मैनू इस गल की समझ आ जाए कि किव सचियारा हुई है, किव कूड़ा टुटे पाल, किवें सचियार सिख बन सकीद है, किवें एक कूड़ दी पाल, जिस कूड़ दी पाल करके मेरा जीवन अजाई जाता है, वो कूड़ दी बाल टुट जाए। तो गुरु पातशाह अगली पंक्ति द्वारा बख्शिश करते हैं। तेरा तेरा हुक्म अपार है, कोई अंत ना पाए, जिस गुर पूरा भेट सी, सो चलै रजाए। गुरु पातशाह बख्शिश करके समझा रहे हैं कि हे मेरे मालिक, हे प्रभु, जो आप जी का हुक्म है वह बेअंत है। जिनी देर हुक्म रजाई चलना नानक लिखिया नाल दी समझ नहीं आती, उन्नी देर फिर मनुख डगमगांदा रहिंदा है। उन्नी देर मनुख सच का जिहड़ा राह है उस ते तुर नहीं सकता, सचियार बन नहीं सकता। पर प्रभु परमात्मा का जिहड़ा हुक्म है वो बहुत वड्डा है। ते फिर कोई भी जीव जिहड़ा है, हे मेरे मालक, तेरे हुक्म का उरारला ते पारला बन्ना नहीं लभ सकता। तेरा हुक्म अपार है, कोई अंत ना पाए, जिस गुरपुरा भेट सी, सो चलै रजाए। गुरु पातशाह बख्शिश करते हैं भाई, जिसनों गुरु मिल पैंदा है, जिसनों हुक्म रजाई बंदा बन के जीवन जीवन की जुगती आ जाती है, वो फिर सਦੀवी तेरे हुक्म च तुरदा है। वो कदे खुआर नहीं होंदा, वो कदे संसार विच विचरदियां परोपकार का सुभाव जो है त्यागदा नहीं, सरबत का भला ते परोपकारी गुणा नाल लबरेज रहिंदा है। भाई सारी जिंदगी रब्बी रहमत ते फिर भाई कन्हैया जी वर्गा उसका जीवन बन जाता है, उसनों कोई दूसरा नजर नहीं आता। ऐसी अवस्था उदों ही बढ़ती है जदों गुरु पातशाह समझा रहे हैं कि बई तेरे हुक्म की जे समझ नहीं आ रही, पर जदों तेरा हुक्म जानन की इच्छा मन के अंदर पैदा हो जाए, पर जिस गुर पूरा भेट सी, सो चलै रजाए। फिर तेरी मेहर नाल जिसनों गुरु मिल पैंदा है, वो फिर तेरे हुक्म अनुसार ही जीवन जिउंदा है। बड़ी सुंदर बख्शिश करके गुरु पातशाह ने पावन पवित्र बोलना द्वारा इस जिंदगी की जीवन की जुगत दृढ़ करवाई है। गुरु पातशाह समझा रहे हैं, चतुराई सियानपा कितै काम लाइए है, टुटा साहिब जो देवै, सो ही सुख पाइए। पातशाह बख्शिश कर देने के हे भाई, हे मेरे प्रभु, जिन्नी देर मनुख सुखा की खातर चतुराइयां ते चलाकियां का सहारा लैंदा है, फिर वो जीवन विच खुआर होंदा है। क्योंकि चतुराई सियानपा कितै कामना, सियानप काहू कामनात, जो अनुरूपियो जो परमात्मा प्रभु ने जीवन के अंदर वर्त वर्तारा वर्ताउना है, उस अनुसार जीवन जीविया जा सकता है। तो गुरु पातशाह कहते भाई, जे चतुराई सियानपा कितै काम लाइया, कोई सियानप कोई चतुराई कम नहीं आती, तो फिर सुखा की खातर कि मनुख सुखी हो जाए, ये कारगर साबित नहीं होंदियां। तो गुरु पातशाह बख्शिश करते हैं, तुठा साहिब जो देवै है, सो ही सुख पाइए। जे प्रभु परमात्मा त्रुठ जाए, फिर
ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਮਾਲਿਕ ਪ੍ਰਭੂ ਪ੍ਰਸੰਨ ਹੋ ਜਾਏ। ਪ੍ਰਸੰਨ ਚਿੱਤ ਮਾਲਿਕ ਪ੍ਰਭੂ ਦੀ ਸਿਫਤ ਸਲਾਹ ਇਬਾਦਤ ਕਰਕੇ ਇੱਕ ਰਸ ਸਿਫਤ ਸਲਾਹ ਦਾ ਵਾਜਾ ਜਦੋਂ ਜੀਵਨ ਦੇ ਅੰਦਰ ਵੱਜਣਾ ਸ਼ੁਰੂ ਹੋ ਜਾਏ, ਫਿਰ ਚਤਰਾਈਆਂ ਤੇ ਸਿਆਣਪਾਂ ਤੋਂ ਮਨੁੱਖ ਜਿਹੜਾ ਹੈ ਉਹ ਬਚ ਜਾਂਦਾ ਹੈ। ਫਿਰ ਗੁਰੂ ਪਾਤਸ਼ਾਹ ਕਹਿੰਦੇ ਵੀ ਸਾਰੀ ਜ਼ਿੰਦਗੀ ਕਿਸੇ ਉਸ ਨੂੰ ਸਮਝ ਆ ਜਾਂਦੀ ਹੈ ਵੀ ਚਤਰਾਈ ਕੰਮ ਨਹੀਂ ਆਉਂਦੀ। ਤੇ ਫਿਰ ਜੇ ਜੋ ਗੱਲ ਮਿੱਥੀ ਹੋਈ ਪ੍ਰਭੂ ਪਰਮਾਤਮਾ ਨੇ ਮਿੱਥੀ ਹੋਈ ਹੈ, ਉਸੇ ਅਨੁਸਾਰ ਹੀ ਮਨੁੱਖ ਜਿਹੜਾ ਹੈ ਉਹ ਜੀਵਨ ਜਿਉਂਦਾ ਹੈ, ਉਹੀ ਹੋ ਕੇ ਰਹਿੰਦਾ ਹੈ, ਉਹ ਟਲ ਨਹੀਂ ਸਕਦਾ। ਸਿਆਣਪ ਕਾਹੂ ਕਾਮ ਲਾਇਆ ਜੋ ਅਨਰੂਪਿਓ ਠਾਕਰ ਮੇਰਾ ਹੋਏ ਰਹੀ ਸੰਬੋਧ। तो गुरु पातशाह के अंदर भी चतुराई सियानपा किते काम लाई है टुटा साहिब जो देवे सोई सुख पाई है। गुरु पातशाह के अंदर जदों मालिक प्रभु त्रुट जाए फिर वो दात प्राप्त होती है, फिर मनुख जीवन के अंदर सब कुछ रुतबा प्राप्त करता है, जीवन के अंदर मान प्राप्त करता है। जे नमानिया दा मान नितानिया दा तान प्रभु परमात्मा दा हथ साडे सिर ते हो जाए। शब्द दे आखिरी बोलां साहिब श्री गुरु अर्जन देव जी महाराज बख्शिश करके तत दी गल साडी झोली च पा रहे ने। जे लख कर्म कमाई है किछ पवै ना बंदा। गुरु पातशाह बख्शिश करदे ने कि भी ये दुखां ते सुखां दा चक्कर ਇਹ ਤੇ ਸਦੀਵੀ ਤੁਰਿਆ ਰਹਿੰਦਾ ਹੈ, ਕਿਉਂਕਿ ਸੁਖ ਦੁਖ ਦੋਏ ਦਰ ਕੱਪੜੇ ਪੈਰੈ ਜਾਏ ਮਨੁੱਖ। ਉਹ ਪ੍ਰਭੂ ਪਰਮਾਤਮਾ ਦੇ ਦਰ ਤੇ ਸੁਖ ਵੀ ਤੇ ਦੁੱਖ ਵੀ ਇਹ ਦੋਨੋਂ ਸੰਸਾਰਿਕ ਜੀਵਾਂ ਨੂੰ ਜ਼ਿੰਦਗੀ ਜਿਉਂਦਿਆਂ ਪ੍ਰਾਪਤ ਹੁੰਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਦੁੱਖਾਂ ਤੇ ਸੁੱਖਾਂ ਦਾ ਚੱਕਰ ਬਣਿਆ ਰਹਿੰਦਾ ਹੈ। ਦੁੱਖਾਂ ਦੀ ਨਿਵਰਤੀ ਵਾਸਤੇ ਜੇ ਲੱਖਾਂ ਹੀ ਮਿੱਥੇ ਹੋਏ ਧਾਰਮਿਕ ਕੰਮ ਮਨੁੱਖ ਕਰੇ ਉਹਦੇ ਨਾਲ ਸੁਖ ਪ੍ਰਾਪਤ ਨਹੀਂ ਹੁੰਦਾ। ਪਾਠ ਪੜਿਓ और वेद विचार्यो निवल पोहंगम साधे पंच जना स्यो संग न छुटक्यो अदक अहंग बुध बाधे प्यारे इन बिद मिलन ना जाई मैं किए कर्म अनेका। जिन्ने मर्जी कर्म कर लईए मिथे होए धार्मिक कर्म कर लईए इन्हां कर्मां नाल धार्मिक कम्मां नाल गुरु पातशाह कहंदे भी दुखां दा राह जिहड़ा है वो सुखां च नहीं बदलदा, सारी जिंदगी मनुख दुखी रहिंदा है। जन नानक कीता नाम धर और छोड़िया धंधा। गुरु पातशाह साहिब श्री गुरु अर्जन देव जी महाराज नानक पद वर्त के जो गुरमत लिखण दा विधि विधान है गुरु प्यार वाले बख्शिश करके सानू सच दे मार्ग दे रूबरू करांदे ने। ये गल समझांदे ने भी दास नानक ये गल कहंदा है कि मैनू जे कोई आसरा है वो केवल प्रभु परमात्मा का आसरा है, क्योंकि मान ने माने तू तनी तेरा प्रवासा। वो प्रभु ने मानिया दा मान है ते फिर उसे ते भरोसा रखिया जीवन सवर सकता है, क्योंकि सबो भजै आसरा चुकै सब असराओ चित आवे उस पार ब्रह्म लगे न तत्ती वाओ। ये तत्ती वाह उन्नी देर उदों ही नहीं लगती जदों वो प्रभु परमात्मा मालिक प्रभु उस ते भरोसा प्रबल बज जाए। ते जे मन डको डोली विच है, मन दुबदा विच है, दो चित्ती विच है, ते फिर गुरु पातशाह के अंदर भी ये दुबदा दो चित्ती जिहड़ी है ये जीवन नूं सवारदी नहीं, जीवन नूं शिंगारदी नहीं, सगों सारी जिंदगी मनुख जिहड़ा है इसे चक्री विच फसिया होया आवागुण दा अपने लिए ताना तन लैंदा है। तो गुरु पातशाह शब्द दे आखिरी बोलां द्वारा बख्शिश करके समझा रहे हैं भी जे लख कर्म कमाई है किछ पवै ना बंदा। गुरु पातशाह के अंदर भी फिर कोई भी सियानप कोई भी चतुराई कारगर साबित नहीं होती। सुख ते प्राप्ति का साधन केवल इको एक है, जन नानक कीता नाम धर और छोड़िया धंधा। गुरु पातशाह गुरु अर्जन देव जी महाराज बख्शिश करते हैं कि भाई दास नानक ये गल आखदा है कि परमात्मा का नाम का ही मैं आसरा बनाया,
ਇਹ ਆਸਰਾ ਫਿਰ ਜਦੋਂ ਵੱਧ ਜਾਏ, ਫਿਰ ਮਨੁੱਖ ਸੁੱਖਾਂ ਦੀ ਖਾਤਰ ਜਿਹੜੀ ਦੌੜ ਭੱਜ ਹੈ ਉਹ ਛੱਡ ਦਿੰਦਾ ਹੈ, ਸੁੱਤੇ ਸਿੱਧ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ, ਰੱਬੀ ਰਹਿਮਤ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਤੇ ਇਹ ਜਿਹੜਾ ਰਾਹ ਹੈ ਇਹ ਫਿਰ ਪ੍ਰਭੂ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਵਾ ਦਿੰਦਾ ਹੈ। ਤੇ ਜਿਹੜਾ ਰੱਬੀ ਨੇੜਤਾ ਜਿਸ ਨੇ ਪ੍ਰਾਪਤ ਕੀਤੀ ਹੈ ਉਹ ਫਿਰ ਧਰਮੀ ਹੋਣ ਦਾ ਦਾਵਾ ਨਹੀਂ ਕਰਦਾ। ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ, ਉਹ ਫਿਰ ਸਾਰੀ ਜ਼ਿੰਦਗੀ ਮਨ ਘਟ ਛੱਡ ਦਿੰਦਾ ਹੈ। ਸਾਰੀ ਜ਼ਿੰਦਗੀ ਉਹ ਕੇਵਲ ਤੇ ਕੇਵਲ ਪ੍ਰਭੂ ਪਰਮਾਤਮਾ ਦੇ ਦਰ ਤੇ ਕੇਵਲ ਰੱਬੀ ਰਹਿਮਤ ਦਾ ਪਾਤਰ ਬਣਨ ਲਈ, ਨਾ ਧਨ ਪਦਾਰਥ ਇਕੱਠੇ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਇਹ ਉਸ ਨੂੰ ਸਮਝ ਆ ਜਾਂਦੀ ਹੈ, ਨਾ ਹੀ ਤਿਆਗ ਦਾ ਮਾਨ ਉਸ ਨੂੰ ਕੋਈ ਲਾਭ ਪਹੁੰਚਾਉਂਦਾ, ਇਸ ਗੱਲ ਦੀ ਉਸ ਨੂੰ ਸਮਝ ਆ ਜਾਂਦੀ ਹੈ। ਉਹ ਪਰਮਾਤਮਾ ਕਿਉਂਕਿ ਸੁਭਾਵਕ ਪਿਆਰ ਦੀ ਪ੍ਰੇਰਨਾ ਨਾਲ ਜੇ ਮਨੁੱਖ ਉੱਤੇ ਦਇਆਵਾਨ ਹੋ ਜਾਏ, ਫਿਰ ਮਾਇਆ ਦੀ ਮੋਹ ਦੀ ਜਦੋਂ ਉਹ ਫਾਈ ਕੱਢ ਦੇ ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕੋ ਜਾਣਾ, ਜੋ ਅਨਿੰਦਾ ਨਿੰਦ ਕਰ ਛੋੜਿਓ ਸੋਈ ਫਿਰ ਖਾ। ਗੁਰੂ ਪਾਤਸ਼ਾਹ ਕਹਿੰਦੇ ਫਿਰ ਮਨੁੱਖ ਜਿਹੜਾ ਹੈ ਸਾਰੀ ਜ਼ਿੰਦਗੀ ਉਹ ਕੇਵਲ ਗ੍ਰਸਤੀ ਜੀਵਨ ਵਿੱਚ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ, ਕਿਉਂਕਿ ਉਸ ਦਾ ਭਰੋਸਾ ਕੇਵਲ ਉਸ ਪ੍ਰਭੂ ਪਰਮਾਤਮਾ ਦੇ ਬਣਿਆ ਰਹਿੰਦਾ ਹੈ ਕਿ ਉਹ ਮਾਲਿਕ ਪ੍ਰਭੂ ਹੀ ਨਿਮਾਨਿਆਂ ਦਾ ਮਾਨ ਹੈ। ਤੇ ਫਿਰ ਜੇ ਲੇਖਾ ਜੋਖਾ ਸਾਡਾ ਮਾਲਿਕ ਕਰੇਗਾ, ਫਿਰ ਅਸੀਂ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਦੀ ਇਹ ਬਾਣੀ ਜੋ ਹੈ ਜੀਵਨ ਦੀਆਂ ਉਹ ਗੁੰਝਲਾਂ ਖੋਲਦੀ ਹੈ, ਉਹ ਰਹੱਸ ਖੋਲਦੀ ਹੈ, ਜੋ ਰਹੱਸ ਜੀਵਨ ਦੇ ਅੰਦਰ ਪਰਿਵਰਤਨ ਲਿਆਉਂਦੇ ਨੇ, ਸਾਡੀ ਮਾਲਿਕ ਪ੍ਰਭੂ ਨਾਲ ਨੇੜਤਾ ਪੈਦਾ ਕਰਦੇ ਨੇ, ਸਚਿਆਰ ਸਿੱਖ ਬਣਨ ਦੀ ਜੁਗਤੀ ਬਣਦੀ ਹੈ, ਹੁਕਮ ਰਜ਼ਾਈ ਬੰਦਾ ਬਣ ਕੇ ਪ੍ਰਭੂ ਪਰਮਾਤਮਾ ਦੇ ਦਰ ਤੇ ਪ੍ਰਵਾਨਿਆ ਜਾ ਸਕਦਾ ਹੈ। ਇਹਦੇ ਲਈ ਅਸੀਂ ਯਤਨਸ਼ੀਲ ਗੁਰੂ ਪਿਆਰਿਓ ਰਹਿਣਾ ਹੈ ਤਾਂ ਕਿ ਜੀਵਨ ਸਫਲ ਹੋ ਜਾਏ। ਸਫਲ ਯਾਤਰਾ ਸਫਲ ਹੋ ਜਾਏ ਤੇ ਜੀਵਨ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਾਣੀ ਅਗਾਧ ਬੋਧ ਹੈ ਵਿਚਾਰ ਕਰਨੀ, ਸਾਡੀ ਪਾਇਆ ਨਹੀਂ ਹੋਈਆਂ ਅਣਗਿਣਤ ਭੁੱਲਾਂ ਬਖਸ਼ ਲੈਣਾ ਅਕਾਲ ਪੁਰਖ ਵਾਹਿਗੁਰੂ, ਤੇ ਸਤਸੰਗਤ ਬਖਸ਼ਣ ਆ ਰਿਹਾ ਬਖਸ਼ਣਾ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਫਤਿਹ ਨਾਲ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।